ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਨਕੀਰਤ ਤੇ। ਕਿਤਾਬ ਸੁਖਨ ਸੁਨੇਹੇ, ਲੇਖਕ ਨਰਿੰਦਰ ਸਿੰਘ ਕਪੂਰ, ਲੇਖ ਅੱਧੀਆਂ ਛੱਤਾਂ ਵਾਲੇ ਘਰ। ਦੋਸਤੋ ਬਹੁਤ ਸੋਹਣੀਆਂ ਗੱਲਾਂ ਨੇ ਜੋ ਤੁਹਾਡੀ ਜ਼ਿੰਦਗੀ ਵਿੱਚ ਕੰਮ ਆਉਣਗੀਆਂ, ਸੋ ਵੀਡੀਓ ਨੂੰ ਸਾਰੀ ਦੇਖਿਓ ਤੇ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ। ਮੇਰਾ ਮਿੱਤਰ ਆਪਣੀ ਜ਼ਿੰਦਗੀ ਦਾ ਦਰਦ ਸੁਣਾ ਰਿਹਾ ਸੀ। ਉਸ ਰਾਤ ਮੇਰੀ ਮਾਂ ਬਹੁਤ ਰੋਈ ਸੀ। ਉਸ ਤੋਂ ਪਹਿਲਾਂ ਮੈਂ ਆਪਣੀ ਮਾਂ ਨੂੰ ਕਦੀ ਰੋਂਦਿਆਂ ਨਹੀਂ ਸੀ ਵੇਖਿਆ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ, ਕਿਉਂਕਿ ਮੈਂ ਕਦੇ ਵੀ ਕਿਸੇ ਇਸਤਰੀ ਨੂੰ ਇਤਨੀ ਨਿਆਸਰੀ ਅਤੇ ਨਿਤਾਣੀ ਹਾਲਤ ਵਿੱਚ ਨਹੀਂ ਸੀ ਵੇਖਿਆ। ਉਸ ਦਾ ਮੂੰਹ ਦਹਿਸ਼ਤ ਵਿੱਚ ਖੁੱਲ੍ਹਾ ਸੀ। ਉਸ ਦੀਆਂ ਅੱਖਾਂ ਵਿੱਚ ਮਜਬੂਰੀ, ਮਾਯੂਸੀ ਤੇ ਲਜਾਰਗੀ ਸੀ। ਮੇਰੀ ਹਰ ਮੁਸ਼ਕਲ ਨੂੰ ਹੱਲ ਕਰਨ ਵਾਲੀ ਮੇਰੀ ਮਾਂ ਅੱਜ ਆਪ ਪਰੇਸ਼ਾਨ ਸੀ। ਕੁਝ ਘੰਟੇ ਪਹਿਲਾਂ ਉਸਨੇ ਆਪਣੇ ਗਹਿਣੇ ਲਾ ਕੇ ਪਿਤਾ ਜੀ ਨੂੰ ਦਿੱਤੇ ਸਨ, ਪਰ ਉਸ ਰਾਤ ਤਾਂ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਜਿੰਦ, ਆਪਣੇ ਸਾਹਾਂ ਦੀ ਪੂੰਜੀ ਅਤੇ ਆਤਮਾ ਵੀ ਕਿਸੇ ਨੂੰ ਸੰਭਾਲ ਰਹੀ ਸੀ। ਉਸ ਰਾਤ ਕੁਝ ਤਰਸ ਵਜੋਂ, ਕੁਝ ਹਮਦਰਦੀ ਵਜੋਂ ਅਤੇ ਕੁਝ ਵਾਤਾਵਰਣ ਦੇ ਸਹਿਮ ਵਜੋਂ ਮੈਂ ਵੀ ਮਾਂ ਦੇ ਨਾਲ ਲੱਗ ਕੇ ਰੋਣ ਲੱਗ ਪਿਆ ਸਾਂ। ਆਪਣੀ ਮਾਂ ਤੋਂ ਪਰੇ ਸੰਸਾਰ ਦਾ ਮੇਰੇ ਕੋਲ ਕੋਈ ਸੰਕਲਪ ਨਹੀਂ ਸੀ। ਮੈਨੂੰ ਵੀ ਨਹੀਂ ਸੀ ਪਤਾ ਕਿ ਦੁਨੀਆ ਥਾਲੀ ਜਿੰਨੀ ਸੀ ਕਿ ਪਰਾਤ ਜਿੰਨੀ। ਉਸ ਰਾਤ ਰੋਟੀ ਪੱਕੀ ਵੀ ਨਹੀਂ ਸੀ, ਮੰਗਣ ਦਾ ਹੌਸਲਾ ਵੀ ਨਹੀਂ ਸੀ ਪਿਆ। ਉਸ ਰਾਤ ਅਸੀਂ ਰੋਂਦੇ ਰੋਂਦੇ ਸੌਂ ਗਏ ਸਾਂ। ਮੇਰੇ ਮਨ ਵਿੱਚ ਅਨੰਤ ਹਾਹਾਕਾਰ ਸੀ। ਤਾਰਿਆਂ ਦੀ ਲੋ ਥੱਲੇ ਸਾਡੇ ਉਦਾਸ ਦੀਦਿਆਂ ਵਿੱਚੋਂ ਅੱਥਰੂ ਨਿਕਲਦੇ ਰਹੇ। ਉਸ ਰਾਤ ਦੀ ਸਾਡੀ ਨੀਂਦਰ ਵਿੱਚ ਕਈ ਜ਼ਮਾਨੇ ਬੀਤ ਗਏ, ਕਈ ਯੁੱਗ ਲੰਘ ਗਏ। ਬਿਨਾਂ ਕਿਸੇ ਇਨਕਲਾਬ ਦੇ ਵਾਪਰਨ ਦੇ ਸਭ ਕੁਝ ਵਾਪਰ ਗਿਆ। ਸਵੇਰੇ ਜਦੋਂ ਉੱਠਿਆ ਤਾਂ ਮੇਰਾ ਬਚਪਨ ਬਹੁਤ ਪਿੱਛੇ ਰਹਿ ਗਿਆ ਸੀ। ਇਤਨਾ ਪਿੱਛੇ ਕਿ ਪਰਤ ਕੇ ਵੇਖਿਆ ਵੀ ਕੁਝ ਨਜ਼ਰ ਨਹੀਂ ਸੀ ਆਉਂਦਾ। ਸਵੇਰੇ ਜਦੋਂ ਮੈਂ ਆਪਣੀ ਮਾਂ ਨੂੰ ਵੇਖਿਆ ਤਾਂ ਉਹ ਸੱਜਰੀ ਸਵੇਰ ਦੀ ਥਾਂ ਥੱਕੀ ਹੋਈ ਸ਼ਾਮ, ਭਰੀ ਹੋਈ ਝੀਲ ਦੀ ਥਾਂ ਸੁੱਕੀ ਹੋਈ ਛੱਪੜੀ ਲੱਗ ਰਹੀ ਸੀ। ਉਸ ਦੇ ਦੋਵੇਂ ਲੋਕ ਉਦਾਸੇ ਗਏ ਸਨ। ਉਸ ਰਾਤ ਨੂੰ ਜਦੋਂ ਯਾਦ ਕਰਦਾ ਹਾਂ ਤਾਂ ਹੁਣ ਵੀ ਮੇਰਾ ਦਿਲ ਇਕੱਲੇ ਹੋਣ ਨੂੰ ਅਤੇ ਇਕੱਲੇ ਹੋ ਕੇ ਰੋਣ ਨੂੰ ਕਰਦਾ ਹੈ। ਦੁੱਖ, ਦਰਦ, ਸਹਿਮ, ਉਦਾਸੀ ਦਾ ਮੇਰਾ ਅਹਿਸਾਸ ਉਸ ਰਾਤ ਨਾਲ ਜੁੜਿਆ ਹੋਇਆ ਹੈ। ਕੁਝ ਰਾਤਾਂ ਮਗਰੋਂ ਜਦੋਂ ਇੱਕ ਸ਼ਾਮ ਮੇਰੇ ਪਿਤਾ ਜੀ ਘਰ ਆਏ ਤਾਂ ਉਹਨਾਂ ਦੇ ਕੱਪੜੇ ਮੈਲੇ ਤੇ ਹੱਥ ਖਾਲੀ ਸਨ। ਜੇ ਉਹ ਮੇਰੇ ਪਿਤਾ ਜੀ ਨਾ ਹੁੰਦੇ ਤਾਂ ਉਹਨਾਂ ਲਈ ਮੈਂ ਆਪਣੇ ਘਰ ਦਾ ਬੂਹਾ ਨਾ ਖੋਲ੍ਹਦਾ। ਆਪਣੇ ਪਿਤਾ ਜੀ ਦੀ ਉਦਾਸੀ ਦਾ ਇਹ ਮੇਰਾ ਪਹਿਲਾ ਅਨੁਭਵ ਸੀ। ਖਾਣਾ ਖਾਣ ਸਮੇਂ ਪਿਤਾ ਜੀ ਰੋਣ ਲੱਗ ਪਏ। ਕਿਸੇ ਪੁਰਸ਼ ਨੂੰ ਮੈਂ ਪਹਿਲੀ ਵਾਰ ਰੋਂਦਿਆਂ ਵੇਖਿਆ ਸੀ। ਆਪਣੇ ਪਿਤਾ ਦਾ ਰੋਣਾ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਜ਼ਿੰਦਗੀ ਦੇ ਅਰਥ ਸਮਝਣ ਦੇ ਪੱਖੋਂ ਉਦੋਂ ਮੈਂ ਬਹੁਤ ਛੋਟਾ ਸਾਂ, ਪਰ ਇਤਨਾ ਅਹਿਸਾਸ ਮੈਨੂੰ ਹੋ ਗਿਆ ਸੀ ਕਿ ਸਾਡੇ ਸੁਪਨਿਆਂ ਦੇ ਰੰਗ ਖੁਰ ਗਏ ਹਨ। ਆਪਣੇ ਪਿਤਾ ਦੇ ਰੋਣ ਦਾ ਦ੍ਰਿਸ਼ ਮੈਂ ਕਦੇ ਵੀ ਨਹੀਂ ਭੁੱਲਾਂਗਾ, ਕਿਉਂਕਿ ਬੜੀ ਦੇਰ ਮਗਰੋਂ ਮੈਨੂੰ ਸਮਝ ਆਇਆ ਕਿ ਉਸ ਰੋਣ ਵਿੱਚ ਫਰੇਬ ਸੀ। ਅਗਲੀ ਸਵੇਰ ਜਦੋਂ ਮੈਂ ਉੱਠਿਆ ਤਾਂ ਮੇਰੀ ਜਵਾਨੀ ਵੀ ਗਵਾਚ ਗਈ ਸੀ। ਮੇਰੇ ਜੀਵਨ ਦਾ ਆਰੰਭ ਬੁਢਾਪੇ ਨਾਲ ਹੋਇਆ ਸੀ। ਮੈਨੂੰ ਕਦੀ ਪਤੰਗ ਉਡਾਉਣ ਦਾ ਅਵਸਰ ਨਹੀਂ ਸੀ ਮਿਲਿਆ। ਮੈਂ ਤਾਂ ਪਤੰਗ ਕੱਟੇ ਜਾਂਦੇ ਅਤੇ ਲੁੱਟੇ ਜਾਂਦੇ ਹੀ ਵੇਖੇ ਹਨ। ਜ਼ਿੰਦਗੀ ਨਾਲ ਜਦੋਂ ਵੀ ਮਿਲਣੀ ਹੋਈ, ਵਿਥਾਂ ਬਣੀਆਂ ਰਹੀਆਂ। ਮੇਰੇ ਜਾਗਣ ਤੋਂ ਪਹਿਲਾਂ ਮੇਰੇ ਪਿਤਾ ਜੀ ਜਾ ਚੁੱਕੇ ਸਨ। ਉਹ ਗਏ ਤਾਂ ਸਿਧਾਰਥ ਵਾਂਗ ਸਨ, ਪਰ ਮਹਾਤਮਾ ਬੁੱਧ ਬਣਨਾ ਉਹਨਾਂ ਦਾ ਉਦੇਸ਼ ਨਹੀਂ ਸੀ। ਉਹਨਾਂ ਵਿੱਚ ਬੁੱਧ ਬਣਨ ਦੀ ਸਮਰੱਥਾ ਵੀ ਨਹੀਂ ਸੀ। ਕਈ ਸਵਾਲ ਮੇਰੇ ਬੁੱਲ੍ਹਾਂ ਤੇ ਮੁਜ਼ਾਹਰਾ ਕਰਨ ਆਏ, ਪਰ ਮੇਰੀ ਮਾਂ ਵੱਲੋਂ ਲੱਗੀ ਚੁੱਪ ਦੀ ਪਾਬੰਦੀ ਕਾਰਨ ਉਹ ਖਿੰਡਰ ਗਏ। ਪਿਤਾ ਜੀ ਕਿਸੇ ਹੋਰ ਇਸਤਰੀ ਨਾਲ ਨਵਾਂ ਜੀਵਨ ਆਰੰਭ ਕਰਨ ਲਈ ਚਲੇ ਗਏ ਸਨ ਅਤੇ ਮੇਰੀ ਮਾਂ ਨੂੰ ਮੇਰੇ ਲਈ ਅਤੇ ਮੈਨੂੰ ਮੇਰੀ ਮਾਂ ਲਈ ਛੱਡ ਗਏ ਸਨ। ਮੇਰੀ ਮਾਂ ਨੇ ਆਪਣੇ ਦਾਜ ਵਿੱਚ ਲਿਆਂਦੀ ਸਿਲਾਈ ਦੀ ਮਸ਼ੀਨ ਕੱਢ ਲਈ ਸੀ ਅਤੇ ਆਪਣੀ ਪਾਟੀ ਹੋਈ ਕਿਸਮਤ ਨੂੰ ਸਿਉਣ ਦੇ ਆਹਾਰ ਵਿੱਚ ਉਹ ਜੁਟ ਗਈ ਸੀ। ਉਸ ਦੇ ਅੰਦਰ ਇੱਕ ਡੂੰਘੀ ਖਾਮੋਸ਼ੀ ਪਸਰ ਗਈ ਸੀ। ਉਹ ਪੱਥਰ ਨਾਲੋਂ ਵੀ ਮਜ਼ਬੂਤ ਸ਼ੀਸ਼ਾ ਬਣ ਗਈ ਸੀ। ਅਸੀਂ ਅੱਧੀ ਛੱਤ ਵਾਲੇ ਘਰ ਵਿੱਚ ਰਹਿ ਰਹੇ ਸਾਂ। ਮੇਰੀ ਮਾਂ ਨੇ ਆਪਣੀ ਹਿੰਮਤ ਨਾਲ ਮਕਾਨ ਨੂੰ ਘਰ ਤਾਂ ਬਣਾ ਲਿਆ, ਪਰ ਉਸ ਦੀ ਛੱਤ ਸਦਾ ਅੱਧੀ ਹੀ ਰਹੀ। ਉਹ ਜਿੱਤ ਕੇ ਹਾਰਦੀ ਰਹੀ ਹੈ। ਜੇ ਮੇਰੇ ਪਿਤਾ ਜੀ ਮੇਰੀ ਮਾਂ ਨੂੰ ਛੱਡ ਗਏ ਸਨ ਤਾਂ ਇਹ ਇੱਕ ਪੁਰਸ਼ ਵੱਲੋਂ ਇੱਕ ਇਸਤਰੀ ਨਾਲ ਕੀਤੀ ਵਧੀਕੀ ਨਹੀਂ ਸੀ। ਇਸ ਪਿੱਛੇ ਸਮੁੱਚੀ ਸਮਾਜਿਕ ਸੋਚ, ਸਮੁੱਚੀ ਰਾਜਨੀਤੀ, ਸਮੁੱਚਾ ਧਰਮ, ਸਮੁੱਚਾ ਦਰਸ਼ਨ, ਸਮੁੱਚੀ ਆਰਥਿਕਤਾ ਅਤੇ ਸਮੁੱਚਾ ਇਤਿਹਾਸ ਕਾਰਜਸ਼ੀਲ ਸੀ। ਇਹ ਸਮੁੱਚੀ ਪੁਰਸ਼ ਜਾਤ ਵੱਲੋਂ ਸਮੁੱਚੀ ਔਰਤ ਜਾਤ ਦਾ ਅਪਮਾਨ ਸੀ। ਜਦੋਂ ਕਿਸੇ ਨਾਲ ਨਫ਼ਰਤ ਹੋ ਜਾਵੇ ਤਾਂ ਉਸ ਨਾਲ ਹੋਰ ਨਫ਼ਰਤ ਕਰਨ ਦੇ ਨਵੇਂ ਕਾਰਨ ਲੱਭਦੇ ਰਹਿੰਦੇ ਹਨ। ਜਿਉਂ-ਜਿਉਂ ਮਨੁੱਖ ਜੀਵਨ ਦੇ ਪੜਾਅ ਪਾਰ ਕਰਦਾ ਹੈ, ਉਸ ਦੇ ਜੀਵਨ ਨਾਲ ਇੱਕ ਇਤਿਹਾਸ ਜੁੜਦਾ ਜਾਂਦਾ ਹੈ। ਹਰ ਮਨੁੱਖ ਕੋਲ ਯਾਦਾਂ ਦੀ ਇੱਕ ਨਿਵੇਕਲੀ ਪੂੰਜੀ ਹੁੰਦੀ ਹੈ। ਇਸ ਪੂੰਜੀ ਦੇ ਆਧਾਰ 'ਤੇ ਹੀ ਅਸੀਂ ਵੱਖਰੇ ਵੱਖਰੇ ਪ੍ਰਤੀਤ ਹੁੰਦੇ ਹਾਂ। ਇਹਨਾਂ ਯਾਦਾਂ ਦੇ ਆਧਾਰ 'ਤੇ ਹੀ ਅਸੀਂ ਭਵਿੱਖ ਦੀ ਕਲਪਨਾ ਕਰਦੇ ਹਾਂ। ਜਿਵੇਂ ਸਾਡਾ ਅਤੀਤ ਵੱਖਰਾ ਹੁੰਦਾ ਹੈ, ਤਿਵੇਂ ਹੀ ਹਰ ਕਿਸੇ ਦਾ ਭਵਿੱਖ ਸੰਬੰਧੀ ਸੰਕਲਪ ਵੀ ਵੱਖਰਾ ਹੁੰਦਾ ਹੈ।
ਅਸੀਂ ਆਪਣੇ ਨਿਰਣਿਆਂ, ਗਲਤੀਆਂ, ਚੁੱਕੇ ਕਦਮਾਂ ਅਤੇ ਉਹਨਾਂ ਵਿੱਚੋਂ ਨਿਕਲਣ ਵਾਲੇ ਚੰਗੇ ਮਾੜੇ ਨਤੀਜਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ। ਇਹ ਸਭ ਕੁਝ ਦੂਜਿਆਂ ਨਾਲ ਸਾਡੇ ਸਬੰਧਾਂ ਦੀ ਨੁਹਾਰ ਨੂੰ ਨਿਰਧਾਰਿਤ ਕਰਦਾ ਹੈ। ਜੀਵਨ ਦੀ ਹਰ ਉਮਰ ਉੱਤੇ ਉਸ ਤੋਂ ਪਹਿਲੇ ਵਰ੍ਹਿਆਂ ਦੇ ਅਨੁਭਵਾਂ ਦਾ ਪ੍ਰਭਾਵ ਪੈਂਦਾ ਹੈ। ਜੀਵਨ ਦੀ ਕਿਸੇ ਉਮਰ ਵਿੱਚ ਅੱਪੜਨ ਤੋਂ ਪਹਿਲਾਂ ਉਸ ਉਮਰ ਵਾਲੇ ਦੂਜੇ ਬੰਦਿਆਂ ਦੇ ਵਿਹਾਰ ਦੇ ਪ੍ਰਮਾਣ ਸਾਡੇ ਕੋਲ ਹੁੰਦੇ ਹਨ। ਆਪ ਵੱਡਾ ਭਰਾ ਬਣਨ ਤੋਂ ਪਹਿਲਾਂ ਕਿਸੇ ਦੇ ਵੱਡਾ ਭਰਾ ਦੀ ਉਦਾਹਰਣ ਅਤੇ ਆਪ ਪਿਤਾ ਬਣਨ ਤੋਂ ਪਹਿਲਾਂ ਆਪਣੇ ਪਿਤਾ ਦੀ ਜਾਂ ਕਿਸੇ ਹੋਰ ਦੇ ਪਿਤਾ ਦੀ ਮਿਸਾਲ ਸਾਡੇ ਸਾਹਮਣੇ ਹੁੰਦੀ ਹੈ। ਪਰ ਅਸੀਂ ਕਿਹੋ ਜਿਹਾ ਵੱਡਾ ਭਰਾ ਅਤੇ ਕਿਹੋ ਜਿਹਾ ਪਿਤਾ ਬਣਾਂਗੇ, ਇਹ ਸਾਡੇ ਸਮੁੱਚੇ ਕਾਰਜਾਂ, ਸਾਡੀਆਂ ਸੋਚਾਂ ਅਤੇ ਨਿੱਜੀ ਅਨੁਭਵਾਂ 'ਤੇ ਨਿਰਭਰ ਕਰਦਾ ਹੈ। ਪੁਸਤਕਾਂ ਸਾਨੂੰ ਸੇਧ ਤਾਂ ਦਿੰਦੀਆਂ ਹਨ, ਪਰ ਰਸਤਾ ਸਾਡੇ ਅਨੁਭਵ ਹੀ ਸਿਰਜਦੇ ਹਨ। ਸਾਡਾ ਅਨੁਭਵ ਕੇਵਲ ਸਾਡਾ ਅਨੁਭਵ ਨਹੀਂ ਹੁੰਦਾ, ਉਸ ਵਿੱਚ ਅਨੇਕਾਂ ਹੋਰ ਇਸਤਰੀਆਂ ਅਤੇ ਪੁਰਸ਼ਾਂ ਦਾ ਯੋਗਦਾਨ ਹੁੰਦਾ ਹੈ। ਜਦੋਂ ਫਰਜ਼ਾਂ ਨੂੰ ਵਿਸਾਰ ਕੇ ਅਸੀਂ ਆਪਣੇ ਹੱਕਾਂ ਪ੍ਰਤੀ ਵਧੇਰੇ ਸੁਚੇਤ ਹੋ ਜਾਈਏ ਤਾਂ ਪਰਿਵਾਰ ਸਹਿਜੇ ਹੀ ਵਿਸ਼ਵਾਸ, ਪਿਆਰ, ਨਿੱਘ, ਸੁੱਖ, ਸੁਰੱਖਿਆ ਦੀ ਥਾਂ ਨਫ਼ਰਤ ਦਾ ਅਖਾੜਾ ਬਣ ਜਾਂਦਾ ਹੈ। ਇੱਕ ਪੀੜ੍ਹੀ ਪਹਿਲਾਂ ਤੱਕ ਵੀ ਇਸਤਰੀ ਕਦੇ ਆਪਣੇ ਪਤੀ ਦਾ ਘਰ ਨਹੀਂ ਸੀ ਛੱਡਦੀ, ਕੱਢ ਦਿੱਤੀ ਜਾਂਦੀ ਸੀ। ਹੁਣ ਪਤੀ ਉਸ ਨੂੰ ਛੱਡ ਕੇ ਚਲੇ ਜਾਂਦੇ ਹਨ। ਵਿਆਹ ਅਤੇ ਪਰਿਵਾਰ ਬਾਰੇ ਸੋਚਣ ਦੇ ਪੱਖੋਂ ਮਤਭੇਦ ਤਾਂ ਹਨ, ਪਰ ਇਹਨਾਂ ਦੇ ਮਹੱਤਵ ਸੰਬੰਧੀ ਕੋਈ ਵਿਵਾਦ ਨਹੀਂ। ਭਾਵੇਂ ਵਿਆਹ ਅਤੇ ਪਰਿਵਾਰ ਪਵਿੱਤਰ ਸੰਕਲਪ ਨਹੀਂ ਰਹੇ, ਪਰ ਮਹੱਤਵਪੂਰਨ ਇਹ ਅਜੇ ਵੀ ਹਨ। ਵਿਆਹ ਤੋਂ ਬਾਹਰੇ ਸੰਬੰਧਾਂ ਨੂੰ ਅਜੇ ਖਿੜੇ ਮੱਥੇ ਪ੍ਰਵਾਨ ਨਹੀਂ ਕੀਤਾ ਗਿਆ। ਤਲਾਕ ਨੂੰ ਹੁਣ ਪੁਰਸ਼ ਦੀਆਂ ਵਧੀਕੀਆਂ ਵਿੱਚੋਂ ਇੱਕ ਵਧੀਕੀ ਗਿਣਿਆ ਜਾਣ ਲੱਗ ਪਿਆ ਹੈ। ਸਮਾਜ ਵਿੱਚ ਸੰਤੁਲਿਤ ਸੰਬੰਧਾਂ ਵਾਲੇ ਪਰਿਵਾਰਾਂ ਦੀ ਗਿਣਤੀ ਘਟ ਰਹੀ ਹੈ ਅਤੇ ਟੁੱਟ ਗਏ ਤੇ ਟੁੱਟ ਰਹੇ ਪਰਿਵਾਰਾਂ ਦੀ ਗਿਣਤੀ ਵੱਧ ਰਹੀ ਹੈ। ਭਾਵੇਂ ਬੱਚੇ ਪਰਿਵਾਰ ਨੂੰ ਟੁੱਟਣ ਤੋਂ ਰੋਕੀ ਰੱਖਦੇ ਹਨ, ਪਰ ਬੱਚਿਆਂ ਦੀ ਪਰਿਵਾਰ ਨੂੰ ਜੋੜੀ ਰੱਖਣ ਦੀ ਯੋਗਤਾ ਸੁੰਗੜਦੀ ਜਾ ਰਹੀ ਹੈ। ਇੱਕ ਦੂਜੇ ਨੂੰ ਸਾਂਝੀ ਛੱਤ ਥੱਲੇ ਬਰਦਾਸ਼ਤ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪੁਰਸ਼ ਵੱਲੋਂ ਤਿਆਗੇ ਜਾਣ ਦੀ ਸੂਰਤ ਵਿੱਚ ਇਸਤਰੀ ਸਾਹਮਣੇ ਕੋਈ ਬਦਲ ਨਹੀਂ ਰਹਿੰਦਾ ਅਤੇ ਮਾਪਿਆਂ ਦੇ ਦਰ ਦਰਵਾਜ਼ੇ ਵੀ ਹੁਣ ਥੋੜ੍ਹਾ ਚਿਰ ਹੀ ਖੁੱਲ੍ਹਦੇ ਹਨ। ਅਜੋਕੇ ਯੁੱਗ ਵਿੱਚ ਸਮੱਸਿਆ ਇਹ ਨਹੀਂ ਕਿ ਵਿਆਹ ਨੂੰ ਵਧੇਰੇ ਸੁਖਦਾਇਕ ਕਿਵੇਂ ਬਣਾਇਆ ਜਾਵੇ, ਸਗੋਂ ਸਮੱਸਿਆ ਤਾਂ ਇਹ ਹੈ ਕਿ ਇਸ ਨੂੰ ਟੁੱਟਣ ਤੋਂ, ਦੋ ਫਾੜ ਹੋਣ ਤੋਂ ਕਿਵੇਂ ਬਚਾਇਆ ਜਾਵੇ। ਪਹਿਲਾਂ ਪਰਿਵਾਰ ਦੀ ਇਹ ਸਮੱਸਿਆ ਹੁੰਦੀ ਸੀ ਕਿ ਵਿਆਹ ਕਦੋਂ ਹੋਵੇਗਾ ਅਤੇ ਕਿੱਥੇ ਹੋਵੇਗਾ, ਪਰ ਹੁਣ ਇਹ ਸਮੱਸਿਆ ਹੈ ਕਿ ਇਹ ਕਿਤਨਾ ਚਿਰ ਚੱਲੇਗਾ। ਇਸਤਰੀ ਪੁਰਸ਼ ਵਿਚਕਾਰ ਕੋਈ ਵੀ ਲੰਮਾ ਹੰਢਣਸਾਰ ਰਿਸ਼ਤਾ ਵਿਆਹ ਤੋਂ ਬਿਨਾਂ ਸੰਭਵ ਨਹੀਂ ਹੁੰਦਾ। ਇਹ ਲੈਣ ਦੇਣ ਦਾ ਰਿਸ਼ਤਾ ਹੈ ਅਤੇ ਲੈਣ ਦੇਣ ਦੇ ਹਰ ਰਿਸ਼ਤੇ ਵਿੱਚ ਇਸਤਰੀ ਨੂੰ ਵਧੇਰੇ ਦੇਣਾ ਪੈਂਦਾ ਹੈ। ਵਿਆਹ ਸਾਡਾ ਸਮਾਜਿਕ ਹੀ ਨਹੀਂ, ਸਾਡਾ ਆਰਥਿਕ ਜੀਵਨ ਵੀ ਨਿਰਧਾਰਿਤ ਕਰਦਾ ਹੈ। ਇਹ ਰਿਸ਼ਤਿਆਂ ਨੂੰ ਅਰਥ ਦਿੰਦਾ ਹੈ, ਸਬੰਧਾਂ ਨੂੰ ਵਾਤਾਵਰਣ ਪ੍ਰਦਾਨ ਕਰਦਾ ਹੈ ਅਤੇ ਸਰੀਰਕ, ਮਾਨਸਿਕ, ਭਾਵਕ ਅਤੇ ਸਮਾਜਿਕ ਵਿਕਾਸ ਦੇ ਨੇਮ ਉਸਾਰਦਾ ਹੈ। ਇਸਤਰੀ ਨੂੰ ਪਤਾ ਹੈ ਕਿ ਬੇਕਦਰਾਂ ਨਾਲ ਸਮਝੌਤਿਆਂ ਬਿਨਾਂ ਜ਼ਿੰਦਗੀ ਨਹੀਂ ਗੁਜ਼ਾਰੀ ਜਾ ਸਕਦੀ। ਇਹੀ ਕਾਰਨ ਹੈ ਕਿ ਉਹ ਇਕੱਲੇ ਹੋਣ ਤੋਂ ਬਚਣ ਲਈ ਹਰ ਕੁਰਬਾਨੀ ਲਈ ਤਿਆਰ ਹੋ ਜਾਂਦੀ ਹੈ। ਇਸਤਰੀ ਵਿੱਚ ਸ਼ਰਧਾ ਅਤੇ ਨਿਮਰਤਾ ਦੇ ਭਾਵ ਅਕਸਰ ਇਕੱਲੀ ਰਹਿ ਜਾਣ ਦੇ ਡਰ ਵਿੱਚੋਂ ਉਪਜਦੇ ਹਨ। ਕਿਸੇ ਵੀ ਸਮਾਜ ਵਿੱਚ ਕਿਸੇ ਇਕੱਲੀਕਾਰੀ ਔਰਤ ਲਈ ਆਪਣੇ ਵਜੂਦ ਨੂੰ ਬਣਾਈ ਰੱਖਦਿਆਂ ਸਵੈ ਮਾਣ ਨਾਲ ਵਿਚਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਇਹ ਨਿਤ ਦਿਨ ਹੋਰ ਮੁਸ਼ਕਲ ਹੁੰਦਾ ਜਾਵੇਗਾ, ਕਿਉਂਕਿ ਆਰਥਿਕ ਜੱਦੋ-ਜਹਿਦ ਇਤਨੀ ਸਖਤ, ਭਿਆਨਕ, ਬੇਕਿਰਕ ਅਤੇ ਜਰਵਾਣੀ ਹੁੰਦੀ ਜਾ ਰਹੀ ਹੈ ਕਿ ਇਸ ਕਾਰਨ ਸਭ ਰਿਸ਼ਤਿਆਂ ਦੀ ਪਛਾਣ ਗਵਾਚ ਗਈ ਹੈ। ਪੁਰਸ਼ ਵਿਚਾਰਾਂ, ਅਸੂਲਾਂ ਅਤੇ ਸਿਧਾਂਤਾਂ ਪ੍ਰਤੀ ਵਫਾਦਾਰ ਹੁੰਦੇ ਹਨ, ਜਦੋਂ ਕਿ ਇਸਤਰੀਆਂ ਮਨੁੱਖਾਂ ਅਤੇ ਰਿਸ਼ਤਿਆਂ ਪ੍ਰਤੀ ਸੁਹਿਰਦ ਹੁੰਦੀਆਂ ਹਨ। ਪੁਰਸ਼ਾਂ ਦੇ ਬਣਾਏ ਅਤੇ ਪੁਰਸ਼ ਬਿਰਤੀ ਨਾਲ ਉਸਾਰੇ ਗਏ ਸੰਸਾਰ ਵਿੱਚ ਜਦੋਂ ਇਸਤਰੀ ਨੂੰ ਇਕੱਲਿਆਂ ਵਿਚਰਨਾ ਪੈਂਦਾ ਹੈ ਤਾਂ ਉਸ ਦੀ ਸਥਿਤੀ ਉਸ ਵਿਅਕਤੀ ਵਾਲੀ ਹੁੰਦੀ ਹੈ ਜਿਹੜਾ ਖੱਬੇ ਹੱਥ ਵਿੱਚ ਤਲਵਾਰ ਫੜ ਕੇ ਯੁੱਧ ਕਰੇ। ਪੁਰਸ਼ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ, ਸੋ ਉਹਨਾਂ ਨਾਲ ਧੋਖਾ ਵੀ ਨਹੀਂ ਹੁੰਦਾ। ਇਸਤਰੀਆਂ ਆਪਣੀ ਵਿਸ਼ਵਾਸੀ ਬਿਰਤੀ ਕਾਰਨ ਸਭਨੀ ਥਾਈਂ ਸਹਿਜੇ ਹੀ ਠੱਗੀਆਂ ਅਤੇ ਲੁੱਟੀਆਂ ਜਾਂਦੀਆਂ ਹਨ। ਵੇਖਿਆ ਗਿਆ ਹੈ ਕਿ ਪੁਰਸ਼ ਵਿਆਹ ਕਰਾਉਣਾ ਤਾਂ ਪਸੰਦ ਕਰਦੇ ਹਨ, ਪਰ ਹਰ ਵੇਲੇ ਜ਼ਿੰਮੇਵਾਰ ਪਤੀ ਬਣਨਾ ਪਸੰਦ ਨਹੀਂ ਕਰਦੇ। ਨਿਰਸੰਦੇਹ ਇਹ ਵੀ ਵੇਖਿਆ ਗਿਆ ਹੈ ਕਿ ਕੇਵਲ ਇੱਕ ਧਿਰ ਦੇ ਗਲਤ ਹੋਣ ਦੀ ਸੂਰਤ ਵਿੱਚ ਲੜਾਈ ਲੰਮੀ ਨਹੀਂ ਹੋ ਸਕਦੀ। ਸ਼ੱਕ ਕਰਨਾ ਉਤਨਾ ਦੁਖਦਾਈ ਨਹੀਂ ਹੁੰਦਾ ਜਿਤਨਾ ਸ਼ੱਕ ਪ੍ਰਗਟਾਉਣਾ ਹੁੰਦਾ ਹੈ। ਕਾਰਨ ਅਨੇਕਾਂ ਹਨ, ਪਰ ਨਤੀਜਾ ਇੱਕੋ ਹੈ ਕਿ ਪਰਿਵਾਰ ਟੁੱਟ ਰਹੇ ਹਨ। ਪਰਿਵਾਰ ਟੁੱਟਣ ਤੋਂ ਪਹਿਲਾਂ ਬਹੁਤ ਕੁਝ ਵਾਪਰਦਾ ਹੈ। ਇਸਤਰੀਆਂ ਨੂੰ ਬੇਇੱਜ਼ਤੀ ਤੋਂ ਡਰ ਤਾਂ ਲੱਗਦਾ ਹੈ, ਪਰ ਉਹਨਾਂ ਨੂੰ ਆਪਣੀ ਇੱਜ਼ਤ ਦਾ ਉਤਨਾ ਡੂੰਘਾ ਅਹਿਸਾਸ ਨਹੀਂ ਹੁੰਦਾ ਜਿਤਨਾ ਪੁਰਸ਼ਾਂ ਨੂੰ ਹੁੰਦਾ ਹੈ। ਸੋ ਬੱਚਿਆਂ ਦੀ ਖਾਤਰ ਜਾਂ ਆਪਣੇ ਮਾਪਿਆਂ ਦੀ ਖਾਤਰ ਉਹ ਤੰਗੀ ਪਰੇਸ਼ਾਨੀ ਦੇ ਬਾਵਜੂਦ ਪਤੀਆਂ ਕੋਲ ਵਾਪਸ ਮੋੜ ਆਉਂਦੀਆਂ ਹਨ।
ਇਸਤਰੀਆਂ ਨੂੰ ਇਕੱਲੇ ਰਹਿਣ ਦੀ ਜਾਚ ਨਹੀਂ ਆਉਂਦੀ। ਪਤੀ ਦੇ ਹੁੰਦਿਆਂ ਵੱਖਰੇ ਰਹਿਣਾ ਉਹਨਾਂ ਨੂੰ ਅਜੀਬ ਲੱਗਦਾ ਹੈ। ਵਿਧਵਾ ਦੇ ਰੂਪ ਵਿੱਚ ਇਸਤਰੀ ਨੂੰ ਇਕੱਲਿਆਂ ਵਿਚਰਨ ਦੀ ਮਜਬੂਰੀ ਹੁੰਦੀ ਹੈ, ਪਰ ਪਤੀ ਨਾਲ ਅਣਬਣ ਦੇ ਕਾਰਨ ਵੱਖਰਿਆਂ ਰਹਿੰਦਿਆਂ ਉਸ ਨੂੰ ਪ੍ਰਤੀਤ ਹੁੰਦਾ ਰਹਿੰਦਾ ਹੈ ਕਿ ਕੁਝ ਨਾ ਕੁਝ ਅਜਿਹਾ ਵਾਪਰੇਗਾ ਕਿ ਸਭ ਕੁਝ ਠੀਕ ਹੋ ਜਾਵੇਗਾ, ਪਰ ਕਈ ਵਾਰੀ ਵਾਪਸ ਮੁੜਨ ਦਾ ਕੋਈ ਰਾਹ ਨਹੀਂ ਲੱਭਦਾ। ਪਤੀ ਦੀ ਵਧੀਕੀ ਦੇ ਬਾਵਜੂਦ ਇਸਤਰੀ ਨੂੰ ਹਰ ਵੇਲੇ ਉਸ ਦਾ ਫਿਕਰ ਰਹਿੰਦਾ ਹੈ ਕਿ ਰੋਟੀ ਕੱਪੜੇ ਤੋਂ ਤੰਗ ਹੋ ਰਿਹਾ ਹੋਵੇਗਾ। ਉਹ ਆਪਣੇ ਪਤੀ ਬਾਰੇ ਆਪ ਭਾਵੇਂ ਕਿਤਨਾ ਵੀ ਬੁਰਾ ਭਲਾ ਬੋਲੇ, ਪਰ ਕਿਸੇ ਦੇ ਮੂੰਹੋਂ ਉਸ ਦੀ ਬੁਰਾਈ ਨਹੀਂ ਸੁਣ ਸਕਦੀ। ਇਸਤਰੀ ਕਿਸੇ ਵੀ ਸਥਿਤੀ ਵਿੱਚ ਹੋਵੇ, ਉਹ ਅਕਸਰ ਕਿਸੇ ਨਾ ਕਿਸੇ ਸਮੱਸਿਆ ਕਾਰਨ ਉਦਾਸੀ ਦੇ ਵਾਤਾਵਰਣ ਵਿੱਚ ਵਿਚਰਦੀ ਹੈ। ਕਿਸੇ ਨਾਲ ਰਹਿਣਾ ਉਸ ਦਾ ਸੁਭਾਅ ਹੈ। ਉਸ ਨੂੰ ਨਹੀਂ ਪਤਾ ਕਿ ਇਕੱਲਿਆਂ ਜ਼ਿੰਦਗੀ ਕਿਹੋ ਜਿਹੀ ਹੋਵੇਗੀ। ਇੱਕ ਇਸਤਰੀ ਨੇ ਦੱਸਿਆ, ਮੈਨੂੰ ਮਾਰਨ ਕੁੱਟਣ ਉਪਰੰਤ ਉਹ ਮਾਫੀਆਂ ਮੰਗਣ ਲੱਗ ਪੈਂਦਾ ਹੈ। ਮਾਰਨ ਸਮੇਂ ਉਹ ਮੈਨੂੰ ਕੋਈ ਬੇਗਾਨਾ ਲੱਗਦਾ ਹੈ, ਪਰ ਜਦੋਂ ਮਾਫੀਆਂ ਮੰਗਦਾ ਹੈ ਤਾਂ ਆਪਣਾ ਆਪਣਾ ਲੱਗਦਾ ਹੈ। ਮਾਰਨ ਉਪਰੰਤ ਉਹ ਅਕਸਰ ਰੋਣ ਲੱਗ ਪੈਂਦਾ ਹੈ। ਉਸ ਸਮੇਂ ਮੈਨੂੰ ਇੰਜ ਲੱਗਦਾ ਹੈ ਜਿਵੇਂ ਉਹ ਆਪਣੇ ਆਪ ਨਾਲ ਲੜ ਰਿਹਾ ਹੋਵੇ। ਉਹ ਨਾ ਮਾਰਨ ਦੇ ਵਾਅਦੇ ਤੋੜਨ ਲਈ ਆਪਣੇ ਆਪ ਨੂੰ ਕੋਸਣ ਲੱਗ ਪੈਂਦਾ ਹੈ। ਜਦੋਂ ਇਹ ਮਾਰਨਾ ਕੁੱਟਣਾ ਅਤੇ ਹੋਰ ਸਭ ਕੁਝ ਇੱਕ ਹੱਦ ਤੋਂ ਵੱਧ ਗਿਆ ਤਾਂ ਮੇਰਾ ਮਨ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸ਼ਤ ਕਰਨ ਤੋਂ ਇਨਕਾਰੀ ਹੋ ਗਿਆ। ਮੈਂ ਵੱਖਰਾ ਰਹਿਣ ਲੱਗ ਪਈ। ਸਭ ਤੋਂ ਪਹਿਲੀ ਸਮੱਸਿਆ ਮਕਾਨ ਦੀ ਸੀ। ਮਾਇਕ ਕਮਜ਼ੋਰੀ ਕਾਰਨ ਮੇਰਾ ਜੀਵਨ ਪੱਧਰ ਕੰਗਾਲਾਂ ਵਰਗਾ ਹੋ ਗਿਆ ਸੀ। ਹਰ ਚੀਜ਼ ਮੈਨੂੰ ਆਪਣੀ ਵੇਤ ਤੋਂ ਬਾਹਰ ਪ੍ਰਤੀਤ ਹੋਈ। ਇਸ ਨਾਲੋਂ ਵੀ ਵੱਡੀ ਸਮੱਸਿਆ ਮੇਰੇ ਮਨ ਵਿੱਚ ਬੈਠਿਆ ਉਹ ਡਰ ਸੀ ਕਿ ਉਹ ਅਚਾਨਕ ਆ ਜਾਵੇਗਾ ਅਤੇ ਮੇਰੇ ਆਲਣੇ ਨੂੰ ਤੀਲਾ ਤੀਲਾ ਕਰ ਜਾਵੇਗਾ। ਕਿਸੇ ਹੋਰ ਸ਼ਹਿਰ ਮੈਂ ਇਸ ਕਰਕੇ ਨਹੀਂ ਜਾ ਸਕਦੀ ਸਾਂ ਕਿਉਂਕਿ ਉੱਥੇ ਮੇਰਾ ਕੋਈ ਵਾਕਫ ਨਹੀਂ ਸੀ। ਮੈਨੂੰ ਨਿੱਤ ਨਵੀਆਂ ਧਮਕੀਆਂ ਮਿਲਦੀਆਂ ਰਹੀਆਂ, ਪਰ ਹੌਲੀ ਹੌਲੀ ਮੈਂ ਆਪਣੇ ਡਰ 'ਤੇ ਕਾਬੂ ਪਾ ਲਿਆ। ਭਾਰਤੀ ਨੇ ਦੱਸਿਆ, ਮੈਨੂੰ ਆਪਣੇ ਪਤੀ ਦੀ ਸ਼ਰਾਬ ਪੀਣ ਦੀ ਆਦਤ ਦਾ ਵਿਆਹ ਤੋਂ ਪਹਿਲਾਂ ਵੀ ਪਤਾ ਸੀ, ਪਰ ਉਹ ਵਿਆਹ ਤੋਂ ਬਾਅਦ ਬਦਲ ਜਾਣ ਦੀਆਂ ਸੌਹਾਂ ਖਾਇਆ ਕਰਦਾ ਸੀ। ਮੇਰਾ ਦਿਲ ਕਰਦਾ ਹੈ ਕਿ ਕੋਈ ਮੇਰਾ ਮੂੰਹ ਫੜ ਕੇ ਮੇਰੇ ਮੂੰਹ 'ਤੇ ਦੋਵੇਂ ਪਾਸਿਓਂ ਜ਼ੋਰ-ਜ਼ੋਰ ਦੀ ਚਪੇੜਾ ਮਾਰੇ, ਕਿਉਂਕਿ ਸਭ ਕੁਝ ਜਾਣਦਿਆਂ ਬੁੱਝਦਿਆਂ ਮੈਂ ਉਸ ਨਾਲ ਵਿਆਹ ਕਰਵਾਉਣ ਦੀ ਜਿੱਦ ਕੀਤੀ। ਕਿਤਨੇ ਸਾਲ ਮੈਂ ਉਸ ਦੀਆਂ ਵਧੀਕੀਆਂ ਇਹ ਸੋਚ ਕੇ ਸਹਿੰਦੀ ਰਹੀ ਕਿ ਮੇਰੇ ਬੱਚੇ ਕੋਲ ਆਪਣੇ ਪਿਓ ਦਾ ਨਾਮ ਤਾਂ ਹੈ। ਹੁਣ ਮੈਨੂੰ ਆਪਣਾ ਘਰ ਇੰਜ ਲੱਗਦਾ ਹੈ ਜਿਵੇਂ ਹੱਡ ਦਾ ਪਾਣੀ ਉਤਰ ਜਾਣ ਮਗਰੋਂ ਖਸਤਾ ਹਾਲਤ ਵਾਲਾ ਦਿਖਾਈ ਦੇ ਰਿਹਾ ਹੋਵੇ। ਮੈਨੂੰ ਨਹੀਂ ਪਤਾ ਕਿ ਮੈਂ ਦੁਖੀ ਹਾਂ ਜਾਂ ਉਦਾਸ ਹਾਂ, ਪਰ ਮੈਂ ਖੁਸ਼ ਨਹੀਂ ਹਾਂ। ਕੋਮਲ ਨੇ ਆਪਣੀ ਹੱਡ ਬੀਤੀ ਸੁਣਾਈ। ਮੈਂ ਵੱਖਰੀ ਰਹਿ ਰਹੀ ਸਾਂ, ਪਰ ਉੱਥੇ ਵੀ ਆਪਣੇ ਮੈਲੇ ਕੱਪੜੇ ਧੋਣ ਲਈ ਦੇ ਜਾਂਦਾ ਹੈ। ਜਿਸ ਨਾਲ ਨਫ਼ਰਤ ਹੋਵੇ ਉਸ ਦੇ ਮੈਲੇ ਕੱਪੜੇ ਧੋਣੇ ਬਹੁਤ ਮੁਸ਼ਕਲ ਹੁੰਦੇ ਹਨ। ਨਾ ਕੇਵਲ ਮੈਂ ਉਸ ਦੇ ਕੱਪੜੇ ਧੋਂਦੀ, ਸਗੋਂ ਉਹਨਾਂ ਦੀਆਂ ਉਧੜੀਆਂ ਸੀਣਾ ਅਤੇ ਟੁੱਟੇ ਬਟਨ ਵੀ ਠੀਕ ਕਰਦੀ। ਉਹਨਾਂ ਉੱਤੇ ਇਸਤਰੀ ਫੇਰਦੀ। ਉਸ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਤੋਂ ਮੈਂ ਕਦੀ ਵੀ ਮੁਕਤ ਨਹੀਂ ਹੋ ਸਕੀ। ਮੈਂ ਉਸ ਤੋਂ ਪਰੇਸ਼ਾਨ ਸਾਂ, ਪਰ ਫਿਰ ਵੀ ਮੈਂ ਉਸ ਨੂੰ ਉਡੀਕਦੀ ਰਹਿੰਦੀ। ਉਹ ਆਉਂਦਾ, ਕੁਝ ਚਿਰ ਚੁੱਪਚਾਪ ਬੈਠਾ ਰਹਿੰਦਾ। ਵੱਖਰੇ ਹੋ ਕੇ ਉਸ ਦਾ ਵਿਹਾਰ ਬੜਾ ਸਾਊਆਂ ਵਾਂਗ ਹੋ ਗਿਆ ਸੀ, ਜਿਵੇਂ ਹਾਰਿਆ ਹੋਇਆ ਜਵਾਰੀਆ ਬੜਾ ਸਾਊ ਪ੍ਰਤੀਤ ਹੁੰਦਾ ਹੈ। ਇਹ ਤਬਦੀਲੀ ਪੱਕੀ ਨਹੀਂ ਹੁੰਦੀ। ਜਦੋਂ ਮੈਂ ਕਹਿੰਦੀ ਹੁਣ ਤੁਸੀਂ ਜਾਓ ਤਾਂ ਉਹ ਉੱਠ ਕੇ ਤੁਰ ਪੈਂਦਾ। ਮੈਨੂੰ ਬੜਾ ਅਜੀਬ ਲੱਗਦਾ ਕਿ ਮੇਰੇ ਹੁਕਮ ਦੀ ਤਾਮੀਲ ਹੋਣ ਲੱਗ ਪਈ। ਭਵਿੱਖ ਵੱਲ ਵੇਖਦੀ ਤਾਂ ਹਾਂ, ਪਰ ਅਤੀਤ ਭੁੱਲਿਆ ਨਹੀਂ ਜਾਂਦਾ। ਇੰਜ ਲੱਗਦਾ ਹੈ ਕਿ ਜਿਵੇਂ ਚੌਂਕ ਵਿੱਚ ਖਲੋਤੀ ਹੋਵਾਂ, ਪਰ ਰਸਤਾ ਚੁਣਨ ਦੀ ਹਿੰਮਤ ਨਾ ਹੋਵੇ। ਨਿਰਮਲ ਨੇ ਦੱਸਿਆ, ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਸਾਵੀਂ ਸੁਖਾਵੀਂ ਨਹੀਂ ਲੰਘਣੀ। ਜਦੋਂ ਉਸ ਨੂੰ ਸਹਿਣਾ ਸੰਭਵ ਨਾ ਰਿਹਾ ਤਾਂ ਮੈਂ ਉਸ ਨੂੰ ਗੰਦੇ ਪਾਣੀ ਦੀ ਬਾਲਟੀ ਵਾਂਗ ਡੋਲ ਕੇ ਭੁੱਲ ਗਈ। ਮੈਨੂੰ ਕੁਝ ਨਹੀਂ ਸੀ ਪਤਾ ਕਿ ਮੈਂ ਕੀ ਕਰਨਾ ਹੈ, ਪਰ ਇਤਨਾ ਪੱਕਾ ਪਤਾ ਸੀ ਕਿ ਉਸ ਘਰ ਵਿੱਚ ਵਾਪਸ ਕਿਸੇ ਹਾਲਤ ਵਿੱਚ ਨਹੀਂ ਜਾਣਾ। ਭਾਵੇਂ ਇਹ ਕਿਸੇ ਰਸੋਈ ਨੂੰ ਬੈਠਕ ਵਿੱਚ ਤਬਦੀਲ ਕਰਨ ਵਾਂਗ ਔਖਾ ਸੀ, ਪਰ ਮੈਨੂੰ ਵਿਸ਼ਵਾਸ ਸੀ ਕਿ ਮੈਂ ਇਕੱਲੀ ਰਹਿ ਸਕਦੀ ਸਾਂ। ਇਸ ਚੇਤਨਾ ਨੇ ਮੇਰਾ ਵਿਹਾਰ ਬਦਲ ਦਿੱਤਾ। ਪਤੀ ਤੋਂ ਵਿਛੜ ਕੇ ਰਹਿ ਰਹੀ ਰਾਜਵੀਰ ਨੇ ਦੱਸਿਆ, ਇਸਤਰੀ ਦੀ ਸਮਾਜਿਕ ਹਾਲਤ ਤਾਂ ਉਂਝ ਵੀ ਦੂਜੇ ਦਰਜੇ ਵਾਲੀ ਹੁੰਦੀ ਹੈ, ਪਰ ਆਰਥਿਕ ਮੁਸ਼ਕਲਾਂ ਨਾਲ ਜਦੋਂ ਮੇਰਾ ਜੀਵਨ ਪੱਧਰ ਇੱਕਦਮ ਡਿੱਗ ਪਿਆ ਤਾਂ ਮੈਂ ਤਿਲਕੀ ਜ਼ਰੂਰ, ਪਰ ਡਿੱਗੀ ਨਹੀਂ। ਚੀਜ਼ਾਂ ਦੀਆਂ ਕੀਮਤਾਂ ਦਾ ਮੈਨੂੰ ਉਦੋਂ ਗਿਆਨ ਹੋਇਆ ਜਦੋਂ ਮੈਂ ਆਪਣੀ ਕਮਾਈ ਨਾਲ ਉਹਨਾਂ ਨੂੰ ਖਰੀਦਿਆ। ਕਿਤਨੇ ਹੀ ਵਾਰੀ ਮੈਨੂੰ ਇੰਜ ਲੱਗਦਾ ਰਿਹਾ ਜਿਵੇਂ ਮੈਂ ਮਕਾਨ ਵਿੱਚ ਨਹੀਂ, ਵਰਾਂਡੇ ਵਿੱਚ ਰਹਿ ਰਹੀ ਹੋਵਾਂ। ਮੇਰੇ ਲਈ ਆਰਥਿਕ ਮਜਬੂਰੀਆਂ ਨਾਲੋਂ ਵੀ ਵੱਡੀ ਸਮੱਸਿਆ ਆਪਣੀ ਇਕੱਲਤਾ ਦੀ ਸੀ। ਪਤੀ ਦਾ ਘਰ ਤਿਆਗ ਕੇ ਇਸਤਰੀ ਦਾ ਮਨੋਬਲ ਡਿੱਗ ਪੈਂਦਾ ਹੈ ਅਤੇ ਉਸ ਵਿੱਚ ਸੁਣੀਆਂ ਗੱਲਾਂ ਨੂੰ ਦੁਹਰਾਉਣ ਦੀ ਆਦਤ ਪੈ ਜਾਂਦੀ ਹੈ। ਕਿਤਨਾ ਹੀ ਚਿਰ ਮੈਨੂੰ ਲੱਗਦਾ ਰਿਹਾ ਜਿਵੇਂ ਮੈਂ ਰੁਕੀ ਹੋਈ ਘੜੀ ਹੋਵਾਂ। ਪਾਇਲ ਕਹਿ ਰਹੀ ਸੀ ਕਿ ਅਸਫਲਤਾ ਦਾ ਅਹਿਸਾਸ ਪੁਰਸ਼ ਨਾਲੋਂ ਇਸਤਰੀ ਨੂੰ ਵਧੇਰੇ ਹੁੰਦਾ ਹੈ। ਜੇ ਬੱਚੇ ਹੋਣ ਤਾਂ ਚੀਜ਼ਾਂ ਦੀ ਚੋਣ ਅਤੇ ਪਕਵਾਨ ਵੱਖਰੀ ਭਾਂਤ ਦੇ ਹੋ ਜਾਂਦੇ ਹਨ। ਹੌਲੀ ਹੌਲੀ ਮੈਨੂੰ ਕਿਰਾਏ ਦਾ ਮਕਾਨ ਘਰ ਲੱਗਣ ਲੱਗ ਪਿਆ। ਸ਼ੁਰੂ ਵਿੱਚ ਮੈਂ ਥੋੜ੍ਹੀ ਜਿਹੀ ਉਡੀਕ ਨਾਲ ਹੀ ਥੱਕ ਜਾਂਦੀ ਸਾਂ ਅਤੇ ਨਿੱਕੀ ਨਿੱਕੀ ਗੱਲ 'ਤੇ ਬਹੁਤ ਧੰਨਵਾਦੀ ਹੋ ਜਾਂਦੀ ਸਾਂ। ਉਦੋਂ ਮੇਰੀਆਂ ਆਸਾਂ ਬਹੁਤ ਨੀਵੀਆਂ ਸਨ ਅਤੇ ਹੌਲੀ ਹੌਲੀ ਇਹਨਾਂ ਦਾ ਕੱਦ ਵੱਡਾ ਹੋਣ ਲੱਗ ਪਿਆ।
ਭਾਵੇਂ ਮੁਕੱਦਮਾ ਲੜ ਕੇ ਮੈਂ ਪਤੀ ਤੋਂ ਖਰਚਾ ਬਣਵਾ ਲਿਆ ਸੀ, ਪਰ ਮੈਂ ਉਸ ਨੂੰ ਅਦਾਲਤ ਵਿੱਚ ਹੀ ਕਹਿ ਦਿੱਤਾ ਸੀ ਕਿ ਜਾ ਤੈਨੂੰ ਮਾਫ ਕੀਤਾ। ਇਹ ਮੈਂ ਇਸ ਲਈ ਕਿਹਾ ਸੀ ਕਿ ਮੇਰੇ ਮਨ ਵਿੱਚ ਉਸ ਕੋਲ ਵਾਪਸ ਮੁੜਨ ਦੀ ਕਦੇ ਵੀ ਇੱਛਾ ਪੈਦਾ ਨਾ ਹੋਵੇ। ਹੁਣ ਮੈਂ ਆਪ ਫੈਸਲਾ ਕਰਦੀ ਹਾਂ ਕਿ ਮੇਰੇ ਘਰ ਕਿਸ ਨੇ ਆਉਣਾ ਹੈ ਅਤੇ ਕਿਸ ਨੇ ਨਹੀਂ ਆਉਣਾ। ਮੇਰਾ ਮਨ ਸ਼ਾਂਤ ਹੈ ਅਤੇ ਕਿਸੇ ਪੁਰਸ਼ ਦੀ ਹਿੰਸਾ ਦੇ ਭੈ ਤੋਂ ਮੈਂ ਮੁਕਤ ਹਾਂ। ਊਸ਼ਾ ਦੱਸਦੀ ਹੈ ਕਿ ਦੀਵਾਲੀ ਵਾਲੇ ਦਿਨ ਮੈਂ ਆਪਣੇ ਦੁੱਖ ਦਿਆਂ ਪਾਸਿਆਂ ਨੂੰ ਸੇਕਦੀ ਰਹੀ। ਆਪਣੀ ਬੱਚੀ ਨਾਲ ਜਦੋਂ ਮੈਂ ਆਪਣੇ ਭਰਾ ਦੇ ਘਰ ਗਈ ਤਾਂ ਸਭ ਕੁਝ ਦਿਨਾਂ ਮਗਰੋਂ ਭਾਬੀ ਦੀ ਸ਼ਬਦਾਵਲੀ ਅਤੇ ਵਾਕ ਬਣਤਰ ਬਦਲ ਗਈ। ਜਿਸ ਇਸਤਰੀ ਕੋਲ ਕਰਨ ਲਈ ਕੁਝ ਨਹੀਂ ਹੁੰਦਾ, ਉਸ ਵੱਲ ਦੂਜੀਆਂ ਇਸਤਰੀਆਂ ਵੀ ਧਿਆਨ ਨਹੀਂ ਦਿੰਦੀਆਂ। ਨੌਕਰੀ ਤਾਂ ਮੇਰੀ ਲੱਗੀ ਹੋਈ ਸੀ, ਮੈਂ ਵੱਖਰਾ ਛੋਟਾ ਮਕਾਨ ਲੈ ਕੇ ਰਹਿਣ ਲੱਗ ਪਈ। ਕਈ ਪੁਰਸ਼ਾਂ ਨੇ ਮੇਰੇ ਵਿੱਚ ਦਿਲਚਸਪੀ ਵਿਖਾਈ, ਪਰ ਜਦੋਂ ਮੈਂ ਦੱਸਦੀ ਕਿ ਮੇਰੀ ਇੱਕ ਬੇਟੀ ਹੈ ਤਾਂ ਉਹ ਪਛਾਣਨ ਤੋਂ ਵੀ ਇਨਕਾਰੀ ਹੋ ਜਾਂਦੇ। ਬੱਚੀ ਨੂੰ ਵੇਖ ਕੇ ਕਦੀ ਮੈਨੂੰ ਗੁੱਸਾ ਆਉਂਦਾ, ਕਦੀ ਮੈਂ ਪ੍ਰਸੰਨ ਹੁੰਦੀ। ਮੈਂ ਸੋਚਦੀ ਮੇਰੇ ਕੋਲ ਕੁਝ ਤਾਂ ਹੈ, ਪਰ ਉਹੀ ਮੈਨੂੰ ਆਪਣੇ ਰਾਹ ਦੀ ਰੁਕਾਵਟ ਵੀ ਲੱਗਦੀ। ਬੱਚਿਆਂ ਪ੍ਰਤੀ ਇਸਤਰੀਆਂ ਵਧੇਰੇ ਜ਼ਿੰਮੇਵਾਰੀ ਅਨੁਭਵ ਕਰਦੀਆਂ ਹਨ। ਕਈ ਮਹੀਨੇ ਮੈਨੂੰ ਇੰਜ ਲੱਗਦਾ ਰਿਹਾ ਜਿਵੇਂ ਮੈਂ ਮਲਬੇ ਵਿੱਚੋਂ ਕੁਝ ਲੱਭ ਰਹੀ ਹਾਂ। ਮੈਂ ਕੰਮ ਅਤੇ ਬੱਚੀ ਨੂੰ ਪਾਲਣ ਦੀ ਜ਼ਿੰਮੇਵਾਰੀ ਵਿੱਚ ਵੰਡੀ ਹੋਈ ਸਾਂ। ਸੋਚਦੀ ਹਾਂ ਕਿ ਸਮੱਸਿਆਵਾਂ ਦੇ ਚੰਗੇ ਹੱਲ ਤਾਂ ਹੋ ਸਕਦੇ ਹਨ, ਪਰ ਜ਼ਰੂਰੀ ਨਹੀਂ ਕਿ ਉਹ ਠੀਕ ਹੱਲ ਵੀ ਹੋਣ। ਇਸਤਰੀਆਂ ਆਪਣੇ ਪਤੀ ਦੇ ਹੱਥੋਂ ਹੋਏ ਅਪਮਾਨ ਦੇ ਸਾਰੇ ਵੇਰਵੇ ਨਹੀਂ ਦੱਸਦੀਆਂ। ਮੈਂ ਮਹਿਸੂਸ ਕਰਦੀ ਹਾਂ ਕਿ ਗਰੀਬ ਹੋਣਾ ਆਪਣੇ ਆਪ ਵਿੱਚ ਬਹੁਤ ਵੱਡਾ ਅਪਮਾਨ ਹੈ ਅਤੇ ਗਰੀਬੀ ਸਾਹਮਣੇ ਸਾਰੀਆਂ ਪ੍ਰਾਪਤੀਆਂ ਅਤੇ ਹਿੰਮਤਾਂ ਫਿੱਕੀਆਂ ਪੈ ਜਾਂਦੀਆਂ ਹਨ। ਅਸੁਰੱਖਿਅਤ ਹੋਣ ਕਾਰਨ ਮੈਂ ਆਪਣੀ ਜ਼ਿੰਦਗੀ ਨੂੰ ਵਧੇਰੇ ਗੰਭੀਰਤਾ ਨਾਲ ਲੈਣ ਲੱਗ ਪਈ। ਮੈਨੂੰ ਡਰ ਸੀ ਕਿ ਕਿਧਰੇ ਮੇਰੀ ਨੌਕਰੀ ਹੀ ਨਾ ਚਲੀ ਜਾਵੇ। ਮੇਰੀ ਹਾਲਤ ਵਾਹੋਦਰੀ ਟੁਰਨ ਕਾਰਨ ਹੱਫ ਜਾਣ ਵਾਲੇ ਵਿਅਕਤੀ ਵਾਲੀ ਸੀ। ਖਰਚੇ ਸੰਬੰਧੀ ਮੁਕੱਦਮੇ ਵਿੱਚ ਮੇਰੇ ਪਤੀ ਨੇ ਜਿਸ ਢੰਗ ਨਾਲ ਆਪਣੀ ਗਰੀਬੀ ਅਤੇ ਲਾਚਾਰਗੀ ਦਾ ਪ੍ਰਗਟਾਵਾ ਕੀਤਾ, ਉਸ ਨੂੰ ਸੁਣ ਕੇ ਸ਼ੱਕ ਹੋਇਆ ਕਿ ਕੀ ਇਹ ਉਹੀ ਵਿਅਕਤੀ ਹੈ ਜਿਸ ਨਾਲ ਮੇਰਾ ਵਿਆਹ ਹੋਇਆ ਸੀ। ਸੂਈਆਂ ਨਾਲ ਮੈਂ ਆਪਣੇ ਚੁਭੇ ਹੋਏ ਕੰਡੇ ਕੱਢ ਲਏ ਹਨ। ਹੁਣ ਮੇਰਾ ਜੀਵਨ ਟਿਕੇ ਹੋਏ ਸਰੋਵਰ ਅਤੇ ਸੁਰ ਹੋਏ ਸਾਜ਼ ਵਾਂਗ ਹੈ, ਪਰ ਅੰਦਰ ਇੱਕ ਸਦੀਵੀ ਉਦਾਸੀ ਹੈ। ਹੱਸਦੇ ਹੰਝੂਆਂ ਦੀ ਗਾਨੀ ਪਹਿਨ ਕੇ ਸੰਜੋਗ ਵਿਯੋਗ ਦੇ ਮਿਲਵੇਂ ਸੁਰ ਵਿੱਚ ਦਿਨ ਤਾਂ ਕੱਟੀ ਜਾ ਰਹੀ ਹਾਂ, ਪਰ ਅਕਸਰ ਪੁਰਾਣੀ ਪੀੜ ਦੀ ਨਵੀਂ ਰੜਕ ਪੈਂਦੀ ਹੈ ਅਤੇ ਕਈ ਵਾਰ ਯਾਦਾਂ ਨੂੰ ਕੁੱਛੜ ਚੁੱਕ ਕੇ ਉਦਾਸੀ ਦੀ ਹਜ਼ੂਰੀ ਵਿੱਚ ਅੱਪੜ ਜਾਂਦੀ ਹਾਂ। ਜਿੱਥੇ ਜਚਵੇਂ ਬੋਲਾਂ ਦੀ ਘਾਟ ਦੇ ਬਾਵਜੂਦ ਧੁਰ ਅੰਦਰੋਂ ਇੱਕ ਹੂਕ ਉੱਠਦੀ ਹੈ। ਅੱਧੀਆਂ ਛੱਤਾਂ ਥੱਲੇ ਅਸੀਂ ਰੁਲ ਗਏ ਵਾਂਗ ਫਕੀਰਾਂ ਦੇ। ਸੋ ਦੋਸਤੋ, ਇਸ ਦੇ ਨਾਲ ਹੀ ਲੇਖ ਖਤਮ ਹੁੰਦਾ ਹੈ। ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।